Morning, everyone. Today we are going to discuss civics ninth chapter, class 7th, a shirt in the market. In this chapter, we will discuss how shirts made and come to the market to sale. This chapter tells us the story of a shirt. It begins with the production of cotton and ends with the sale of shirt. ਇਸ ਚੈਪਟਰ ਦੇ ਵਿੱਚ ਆਪਾਂ ਨੂੰ ਪੂਰੀ ਸਟੋਰੀ ਦੱਸੀ ਹੋਈ ਆ ਕਿ ਕਿੱਦਾਂ ਕਾਟਨ ਦੀ ਪ੍ਰੋਡਕਸ਼ਨ ਤੋਂ ਲੈ ਕੇ ਸ਼ਰਟ ਦੀ ਸੇਲ ਤੱਕ ਕਿੱਦਾਂ ਦੀ ਪ੍ਰੋਸੈਸ ਚੱਲਦੀ ਆ। ਵੀ ਸ਼ੈਲ ਸੀ that a chain of markets link the producer of cotton to the buyer of the shirt in the supermarket। ਇਸ ਚੈਪਟਰ ਦੇ ਵਿੱਚ ਆਪਾਂ ਨੂੰ ਦੱਸਿਆ ਗਿਆ, ਆਪਾਂ ਦੇਖਾਂਗੇ ਕਿ ਇੱਕ ਚੇਨ ਚੱਲਦੀ ਆ ਮਾਰਕੀਟ ਦੇ ਵਿੱਚ ਨੰਬਰ ਆਫ ਪਰਸਨਸ ਦੀ, ਜਿਹੜਾ ਕਿ ਪ੍ਰੋਡਿਊਸਰ ਨੂੰ ਤੇ ਸ਼ਰਟ ਦੇ ਬਾਇਰ ਨੂੰ ਲਿੰਕ ਕਰਦਾ। ਲਾਈਕ ਪ੍ਰੋਡਿਊਸਰ ਆ ਜਿਹੜਾ ਕਾਟਨ ਦਾ, ਉਹ ਕਾਟਨ ਨੂੰ ਪ੍ਰੋਡਿਊਸ ਕਰਦਾ ਆਪਣੇ ਖੇਤਾਂ ਦੇ ਵਿੱਚ। ਫਿਰ ਉਹ ਕਾਟਨ ਆ ਜਿਹੜੀ ਅੱਗੇ ਕਿੱਥੇ ਜਾਂਦੀ ਆ ਪ੍ਰੋਸੈਸਿੰਗ ਦੇ ਲਈ, ਫਿਰ ਨੈਕਸਟ ਸਟੈਪ 'ਤੇ ਜਾਂਦੀ ਹੈ, ਫਿਰ ਨੈਕਸਟ ਸਟੈਪ 'ਤੇ ਜਾਂਦੀ ਹੈ। ਮਤਲਬ ਲਾਸਟ ਸਟੈਪ ਜਿਹੜਾ ਉਹਦਾ ਹੈਗਾ ਵਾ ਕਿ ਉਹ ਸੁਪਰ ਮਾਰਕੀਟ ਦੇ ਵਿੱਚ ਜਾ ਕੇ ਸ਼ਰਟ ਸੇਲ ਹੋ ਕੇ ਕੰਜ਼ਿਊਮਰ ਕੋਲੇ ਆ ਜਾਂਦੀ ਆ, ਬਾਇਰ ਕੋਲੇ ਆ ਜਾਂਦੀ ਆ। ਬਾਇੰਗ ਐਂਡ ਸੈਲਿੰਗ ਟੇਕਸ ਪਲੇਸ ਐਟ ਐਵਰੀ ਸਟੈਪ ਇਨ ਦਾ ਚੇਨ। ਹਰੇਕ ਸਟੈਪ ਦੇ ਉੱਪਰ ਇੱਕ ਜਿਹੜਾ ਮਟੀਰੀਅਲ ਆ, ਚਾਹੇ ਉਹ ਕਾਟਨ ਆ ਰਾ ਮਟੀਰੀਅਲ ਦੇ ਰੂਪ ਦੇ ਵਿੱਚ, ਚਾਹੇ ਉਹ ਥਰੈਡ ਆ, ਉਹ ਇੱਕ ਬੰਦਾ ਵੇਚਦਾ ਤੇ ਸੈਕਿੰਡ ਪਰਸਨ ਆ ਜਿਹੜਾ ਉਹਨੂੰ ਖਰੀਦਦਾ ਵਾ। ਡਜ਼ ਐਵਰੀ ਵਨ ਬੈਨੀਫਿਟ ਇਕੁਅਲੀ ਫਰੋਮ ਦਿਸ। ਕੀ ਇਸ ਚੇਨ ਦੇ ਵਿੱਚ ਹਰੇਕ ਪਰਸਨ ਆ ਜਿਹੜਾ ਸੈਲਿੰਗ ਤੇ ਬਾਇੰਗ ਦਾ ਕੰਮ ਕਰਦਾ ਵਾ, ਉਹਨੂੰ ਪ੍ਰੋਫਿਟ ਦਾ ਬਰਾਬਰ ਹਿੱਸਾ ਮਿਲਦਾ, ਸਾਰਿਆਂ ਨੂੰ ਇੱਕੋ ਜਿਹਾ ਹਿੱਸਾ ਮਿਲਦਾ। ਔਰ ਡੂ ਸਮ ਪੀਪਲ ਬੈਨੀਫਿਟ ਮੋਰ ਦੈਨ ਅਦਰਸ, ਵੀ ਸ਼ੈਲ ਫਾਈਂਡ ਆਊਟ। ਅਸੀਂ ਇਸ ਚੈਪਟਰ ਦੇ ਵਿੱਚ ਇਸੇ ਚੀਜ਼ ਨੂੰ ਆਪਾਂ ਦੇਖਾਂਗੇ ਕਿ ਕਿੱਦਾਂ ਕੁਛ ਲੋਕ ਆ ਜਿਹੜੇ ਉਹ ਬਾਕੀਆਂ ਦੇ ਨਾਲੋਂ ਜ਼ਿਆਦਾ ਬੈਨੀਫਿਟ ਗੇਨ ਕਰਦੇ ਆ ਇਸ ਪ੍ਰੋਸੈਸ ਦੇ ਵਿੱਚ। ਆ ਕਾਟਨ ਫਾਰਮਰ ਇਨ ਕਰਨੂਲ ਦੇ ਵਿੱਚ ਕਾਟਨ ਫਾਰਮਰ ਕਿੱਦਾਂ ਕਾਟਨ ਦੀ ਪ੍ਰੋਡਕਸ਼ਨ ਕਰਦਾ ਅਤੇ ਕਿੱਦਾਂ ਉਹਦੀ ਸੇਲ ਕਰਦਾ ਵਾ। ਸਵਪਨਾ ਅ ਸਮਾਲ ਫਾਰਮਰ ਇਨ ਕਰਨੂਲ ਆਂਧਰਾ ਪ੍ਰਦੇਸ਼ ਦੇ ਕਰਨੂਲ ਜਗ੍ਹਾ ਦੇ ਉੱਪਰ ਸਵਪਨਾ ਇੱਕ ਕਾਟਨ ਫਾਰਮਰ ਆ, ਠੀਕ ਆ, ਛੋਟਾ ਜਿਹਾ ਖੇਤ ਆ ਉਹਦਾ। ਗਰੋਜ਼ ਕਾਟਨ ਹਰ ਸਮਾਲ ਪੀਸ ਆਫ ਲੈਂਡ, ਛੋਟੇ ਖੇਤ ਦੇ ਵਿੱਚ ਉਹ ਕਾਟਨ ਪ੍ਰੋਡਕਸ਼ਨ ਦਾ ਕੰਮ ਕਰਦੀ ਆ। ਦਾ ਬਾਲਸ ਆਫ ਦਾ ਕਾਟਨ ਪਲਾਂਟਸ ਆਰ ripe and some have already burst, so ਸਵਪਨਾ is busy picking cotton। ਖੇਤਾਂ ਦੇ ਵਿੱਚ ਸਵਪਨਾ ਦੇ ਕਾਟਨ ਆ ਜਿਹੜੀ ਉਹ ਬਣ ਕੇ ਤਿਆਰ ਹੋ ਗਈ। ਕਾਟਨ ਬਾਲਸ ਆ ਜਿਹੜੀਆਂ, ਜਿਨ੍ਹਾਂ ਨੂੰ ਆਪਾਂ ਟਿੰਡੇ ਕਹਿ ਦਿੰਦੇ ਹਾਂ, ਕਾਟਨ ਬਾਲਸ ਨੂੰ ਟਿੰਡੇ ਕਹਿੰਦੇ ਆਪਾਂ, ਠੀਕ ਹੈ। ਇਹ ਬਣ ਕੇ ਤਿਆਰ ਹੋ ਗਈਆਂ। ਗ੍ਰੀਨ ਕਲਰ ਦੇ ਇਹ ਬਾਲ ਟਾਈਪ ਹੁੰਦੇ ਆ, ਠੀਕ ਹੈ। ਜਦੋਂ ਇਹ ਬਰਸਟ ਹੁੰਦੇ ਆ, ਮਤਲਬ ਫਟਦੇ ਆ, ਤਾਂ ਵਿੱਚੋਂ ਕਾਟਨ ਨਿਕਲਦੀ ਆ। The balls which carry the cotton in them do not burst open all at once, so it takes several days to harvest the cotton। ਇਹ ਜਿਹੜੇ ਸਾਰੇ ਟਿੰਡੇ ਆ, ਕਾਟਨ ਬਾਲਸ ਆ, ਇਹ ਇਕੱਠੇ ਨਹੀਂ ਫਟਦੇ ਹੈਗੇ, ਇਕੱਠੇ ਬਰਸਟ ਨਹੀਂ ਹੁੰਦੇ ਹੈਗੇ, ਥੋੜ੍ਹੇ ਥੋੜ੍ਹੇ ਕਰਕੇ ਹੁੰਦੇ ਆ। ਸੋ ਜਿਹੜਾ ਹਾਰਵੈਸਟਿੰਗ ਸੀਜ਼ਨ ਆ ਕਾਟਨ ਦਾ, ਉਹ ਕਾਫੀ ਲੰਬਾ ਚੱਲ ਜਾਂਦਾ। ਜਿਵੇਂ ਜਿਵੇਂ ਇਹ ਫਟਦੇ ਜਾਂਦੇ ਆ, ਉਵੇਂ ਉਵੇਂ ਇਹਦੀ ਪਿਕਿੰਗ ਹੁੰਦੀ ਆ, ਠੀਕ ਹੈ। ਆਪਾਂ ਪਲੱਕ ਕਰਦੇ ਹਾਂ ਕਾਟਨ ਨੂੰ, ਕਾਟਨ ਬਾਲਸ ਦੇ ਵਿੱਚੋਂ ਜਿਹੜੇ ਬਰਸਟ ਹੋ ਜਾਂਦੇ ਆ ਉਹਨਾਂ ਦੇ ਵਿੱਚੋਂ। ਵੰਸ ਦਾ ਕਾਟਨ ਇਜ਼ ਕਲੈਕਟਡ, ਜਦੋਂ ਇੱਕ ਵਾਰ ਕਾਟਨ ਆ ਜਿਹੜੀ ਕਲੈਕਟ ਹੋ ਜਾਂਦੀ ਹੈ, ਇਨਸਟੈਡ ਆਫ ਸੈਲਿੰਗ ਇਟ ਐਟ ਕਰਨੂਲ ਕਾਟਨ ਮਾਰਕੀਟ, ਸਵਪਨਾ ਐਂਡ ਹਰ ਹਸਬੈਂਡ ਟੇਕ ਦਾ ਹਾਰਵੈਸਟ ਟੂ ਦਾ ਲੋਕਲ ਟ੍ਰੇਡਰ। ਜਦੋਂ ਇੱਕ ਵਾਰ ਮਤਲਬ ਪੂਰੀ ਕਾਟਨ ਉਹਨਾਂ ਨੇ ਕਲੈਕਟ ਕਰ ਲਈ, ਫਿਰ ਸਵਪਨਾ ਅਤੇ ਉਹਦੇ ਹਸਬੈਂਡ ਆ ਜਿਹੜੇ, ਉਹ ਆਪਣੀ ਕਾਟਨ ਆ ਜਿਹੜੀ ਉਹਨੂੰ ਕਰਨੂਲ ਦੀ ਮਾਰਕੀਟ ਦੇ ਵਿੱਚ ਵੇਚਣ ਦੀ ਬਜਾਏ, ਕਾਟਨ ਮਾਰਕੀਟ ਦੇ ਵਿੱਚ ਵੇਚਣ ਦੀ ਬਜਾਏ, ਉਹਨੂੰ ਕਿਸੇ ਲੋਕਲ ਵਪਾਰੀ ਕੋਲੇ ਲੈ ਗਏ। ਐਟ ਦਾ ਬਿਗਨਿੰਗ ਆਫ ਦਾ ਕ੍ਰੋਪਿੰਗ ਸੀਜ਼ਨ, ਜਦੋਂ ਕ੍ਰੋਪਿੰਗ ਸੀਜ਼ਨ ਸ਼ੁਰੂ ਹੋਇਆ ਸੀ, ਸਵਪਨਾ ਹੈਡ ਬਾਰੋਡ ਰੁਪੀਜ਼ 2500 from the traded at a very high interest rate to buy seeds, fertilizers, pesticides for cultivation। ਜਦੋਂ ਮਤਲਬ ਕਾਟਨ ਬੀਜਣੀ ਸੀਗੀ, ਤਾਂ ਸਵਪਨਾ ਨੇ ਇਸ ਟਰੇਡਰ ਕੋਲੇ, ਜਿਹਦੇ ਕੋਲੇ ਹੁਣ ਉਹ ਕਾਟਨ ਲੈ ਕੇ ਗਈ ਆ, ਇਹ ਤੋਂ ਉਹਨੇ ਬਹੁਤ ਜ਼ਿਆਦਾ ਵਿਆਜ ਦੇ ਉੱਪਰ ਬੀਜ ਖਰੀਦਣ ਦੇ ਲਈ, ਫਰਟੀਲਾਈਜ਼ਰਸ ਖਾਦਾਂ ਖਰੀਦਣ ਦੇ ਲਈ, ਜਾਂ ਫਿਰ ਦਵਾਈਆਂ ਖਰੀਦਣ ਦੇ ਲਈ, ਕਲਟੀਵੇਸ਼ਨ ਦੀ ਕਾਟਨ ਦੀ ਕਲਟੀਵੇਸ਼ਨ ਦੇ ਲਈ ਉਹਨੇ 2500 ਰੁਪਇਆ ਸੀਗਾ ਜਿਹੜਾ ਉਧਾਰ ਲਿਆ ਸੀਗਾ, ਹਾਈ ਇੰਟਰਸਟ ਰੇਟ ਦੇ ਉੱਪਰ। ਐਟ ਦੈਟ ਟਾਈਮ ਦਾ ਲੋਕਲ ਟਰੇਡਰ ਮੇਡ ਸਵਪਨਾ ਐਗਰੀ ਟੂ ਅਨਦਰ ਕੰਡੀਸ਼ਨ। ਉੱਥੇ ਉਹਨੇ ਕੰਡੀਸ਼ਨ ਰੱਖੀ ਸੀ, ਹੀ ਮੇਡ ਹਰ ਪ੍ਰੋਮਿਸ ਟੂ ਸੈਲ ਆਲ ਹਰ ਕਾਟਨ ਟੂ ਹਿਮ। 2500 ਰੁਪਇਆ ਨੇ ਉਧਾਰ ਦੇਤਾ, ਹਾਈ ਇੰਟਰਸਟ ਰੇਟ ਵੀ ਚਾਰਜ ਕੀਤਾ, ਨਾਲ ਹੀ ਸਵਪਨਾ ਤੋਂ ਇੱਕ ਪ੍ਰੋਮਿਸ ਲਿਆ ਕਿ ਜਦੋਂ ਉਹਦੀ ਫਸਲ ਪੱਕ ਕੇ ਤਿਆਰ ਹੋਊਗੀ ਤਾਂ ਆਪਣੀ ਫਸਲ, ਸਾਰੀ ਦੀ ਸਾਰੀ ਫਸਲ ਆ ਜਿਹੜੀ ਮੇਰੇ ਕੋਲੇ ਵੇਚੂਗੀ, ਮਤਲਬ ਪੂਰੀ ਦੀ ਪੂਰੀ ਕਾਟਨ ਆ ਜਿਹੜੀ ਉਸੇ ਟਰੇਡਰ ਕੋਲੇ ਵੇਚੂਗੀ। ਕਲਟੀਵੇਸ਼ਨ ਆਫ ਕਾਟਨ ਰਿਕੁਆਇਰਸ ਹਾਈ ਲੈਵਲਸ ਆਫ ਇਨਪੁਟਸ ਸੱਚ ਐਜ਼ ਫਰਟੀਲਾਈਜ਼ਰਸ ਐਂਡ ਪੈਸਟੀਸਾਈਡਸ ਐਂਡ the farmers have to incur heavy expenses on amount of these। ਕਿਸਾਨਾਂ ਨੂੰ ਕਾਫੀ ਖਰਚ ਕਰਨਾ ਪੈਂਦਾ, ਕਿਉਂਕਿ ਇਨਪੁਟਸ ਆ ਜਿਹੜੀਆਂ ਇਹਦੀਆਂ ਮਹਿੰਗੀਆਂ ਹੁੰਦੀਆਂ ਕਲਟੀਵੇਸ਼ਨ ਦੀਆਂ। ਲਾਈਕ ਆਪਾਂ ਜਿਹੜੇ ਫਰਟੀਲਾਈਜ਼ਰਸ ਪਾਉਣੇ ਆ ਵਿੱਚ ਜਾਂ ਪੈਸਟੀਸਾਈਡਸ ਪਾਉਣੇ ਆ, ਕਾਫੀ ਮਹਿੰਗੇ ਹੁੰਦੇ ਆ।
ਤਾਂ ਕਾਫੀ ਅਮਾਊਂਟ ਆ ਜਿਹੜੀ ਮਨੀ ਦੀ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਸਪੈਂਡ ਕਰਨੀ ਪੈਂਦੀ ਆ। ਮੋਸਟ ਆਫਨ ਸਮਾਲ ਫਾਰਮਰਸ ਨੀਡ ਟੂ ਬਾਰੋ ਮਨੀ ਟੂ ਮੀਟ ਥੀਸ ਐਕਸਪੈਂਸਿਸ ਹੁਣ ਕਿਉਂਕਿ ਛੋਟੇ ਕਿਸਾਨਾਂ ਕੋਲੇ ਉਹਨਾਂ ਦੀਆਂ ਸੇਵਿੰਗਸ ਨਹੀਂ ਹੁੰਦੀਆਂ ਹੈਗੀਆਂ, ਬਹੁਤ ਘੱਟ ਸੇਵਿੰਗਸ ਹੁੰਦੀਆਂ, ਤਾਂ ਉਹਨਾਂ ਨੂੰ ਇਹ ਪੈਸਾ ਜਿਹੜਾ ਉਧਾਰ ਲੈਣਾ ਪੈਂਦਾ ਵਾ। ਐਟ ਦਾ ਟਰੇਡਰਸ ਯਾਰਡ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਜਿਹੜਾ ਵਪਾਰੀ ਆ ਉਹਦੇ ਵਿਹੜੇ ਦੇ ਵਿੱਚ ਜਦੋਂ ਫਸਲ ਚਲੀ ਗਈ, 2 of his men weigh the bags of cotton, ਉਹ ਕਾਟਨ ਨੂੰ ਤੋਲ ਰਹੇ ਆ ਐਟ ਅ ਪ੍ਰਾਈਸ ਆਫ ਰੁਪੀਜ਼ 1500 ਪਰ ਕੁਆਂਟਲ, 1500 ਰੁਪਏ ਕੁਆਂਟਲ ਦੇ ਹਿਸਾਬ ਨਾਲ ਕਾਟਨ ਆ ਜਿਹੜੀ ਉਹ ਖਰੀਦ ਰਹੇ ਆ। ਦਾ ਕਾਟਨ ਫੈਚਿਸ ਰੁਪੀਜ਼ 6000, ਪੂਰੀ ਕਾਟਨ ਆ ਜਿਹੜੀ 6000 ਰੁਪਏ ਦੀ ਹੋਗੀ। ਦਾ ਟਰੇਡਰ ਡਿਡਕਟਸ ਦਾ 3000 ਫਾਰ ਰੀਪੇਮੈਂਟ ਆਫ ਲੋਨ ਐਂਡ ਇੰਟਰਸਟ ਪੇਜ਼ ਸਬਪਨਾ ਰੁਪੀਜ਼ 3000, 3000 ਰੁਪਇਆ ਵਪਾਰੀ ਨੇ ਆਪਣਾ ਕੱਟ ਲਿਆ, ਠੀਕ ਆ, ਅਤੇ ਉਹਨੂੰ 3000 ਰੁਪਇਆ ਸਬਪਨਾ ਨੂੰ ਮਿਲ ਜਾਣਾ ਵਾ। 3000 ਕਿਉਂ ਕੱਟਿਆ ਸਬਪਨਾ? ਵਾਈ 3000 ਓਨਲੀ? ਕਾਟਨ ਇਜ਼ ਸੈਲਿੰਗ ਚੀਪ, ਦੇਅਰ ਇਜ਼ ਅ ਲੋਟ ਆਫ ਕਾਟਨ ਇਨ ਦਾ ਮਾਰਕੀਟ। ਉਹ ਕਹਿੰਦੀ ਵੀ ਤੁਸੀਂ ਮੇਰੀ ਕਾਟਨ ਆ ਜਿਹੜੀ ਇੰਨੀ ਸਸਤੀ ਕਿਉਂ ਲਈ ਆ, ਸਬਪਨਾ ਕਹਿ ਰਹੀ ਆ। ਟਰੇਡਰ ਕਾਟਨ ਇਜ਼ ਸੈਲਿੰਗ ਚੀਪ, ਦੇਅਰ ਇਜ਼ ਅ ਲੋਟ ਆਫ, ਕਹਿੰਦਾ ਟਰੇਡਰ ਵਪਾਰੀ ਉਹਨੂੰ ਕੀ ਕਹਿੰਦਾ, ਕਹਿੰਦਾ ਕਾਟਨ ਆ ਜਿਹੜੀ ਸਸਤੀ ਹੈ ਕਿਉਂਕਿ ਮਾਰਕੀਟ ਦੇ ਵਿੱਚ ਕਾਟਨ ਕਾਫੀ ਆ ਗਈ ਹੈ, ਇਸ ਕਰਕੇ ਸਸਤੀ ਹੋ ਗਈ। ਸਬਪਨਾ ਆਈ ਹੈਵ ਟੋਇਲਡ ਸੋ ਹਾਰਡ ਫਾਰ 4 months ਟੂ ਗਰੋ ਦਿਸ ਕਾਟਨ, ਕਿ ਇਹਨੇ 4 ਮਹੀਨੇ ਬਹੁਤ ਮਿਹਨਤ ਕੀਤੀ ਆ ਕਾਟਨ ਨੂੰ ਪੈਦਾ ਕਰਨ ਵਾਸਤੇ। ਯੂ ਕੈਨ ਸੀ ਹਾਊ ਫਾਈਨ ਐਂਡ ਕਲੀਨ ਦਾ ਕਾਟਨ ਇਜ਼ ਦਿਸ ਟਾਈਮ, ਕਿੰਨੀ ਸਾਫ ਆ, ਕਿੰਨੀ ਵਧੀਆ ਕੁਆਲਿਟੀ ਦੀ ਕਾਟਨ ਕਹਿੰਦੀ ਮੈਂ ਲੈ ਕੇ ਆਈ ਹਾਂ। ਆਈ ਹੈਡ ਹੋਪ ਟੂ ਗੈਟ ਮੱਚ ਬੈਟਰ ਪ੍ਰਾਈਸ, ਕਹਿੰਦੀ ਮੈਨੂੰ ਲੱਗਦਾ ਸੀਗਾ ਕਿ ਮੈਨੂੰ ਬਹੁਤ ਵਧੀਆ ਕੀਮਤ ਮਿਲੂਗੀ। ਹੁਣ ਆਪਣੇ ਸਾਹਮਣੇ ਕੁਐਸਚਨ ਕੀ ਹੈ, ਡਿਡ ਸਬਪਨਾ ਗੋਟ ਆ ਫੇਅਰ ਪ੍ਰਾਈਸ ਔਨ ਦਾ ਕਾਟਨ? 1500 ਰੁਪਏ ਪਰ ਕੁਆਂਟਲ ਉਹਦੀ ਕਾਟਨ ਵਿਕੀ ਆ, ਕੀ ਉਹਨੂੰ ਸਹੀ ਰੇਟ ਮਿਲਿਆ ਹੈ ਨਾ? ਅੱਜ ਦੀ ਘੜੀ 'ਚ ਆਪਾਂ ਦੇਖੀਏ ਤਕਰੀਬਨ 5000 to 6000 ਕਾਟਨ ਦੀ ਪ੍ਰਾਈਸ ਚੱਲ ਰਹੀ ਹੈ, ਅਤੇ ਸਬਪਨਾ ਦੀ ਕਾਟਨ ਵਿਕੀ ਆ 1500 ਪਰ ਕੁਆਂਟਲ। ਵਾਈ ਡਿਡ ਟਰੇਡਰ ਪੇ ਸਬਪਨਾ ਅ ਲੋ ਪ੍ਰਾਈਸ? ਸਬਪਨਾ ਨੂੰ ਟਰੇਡਰ ਨੇ, ਵਪਾਰੀ ਨੇ ਇੰਨੀ ਘੱਟ ਪ੍ਰਾਈਸ ਕਿਉਂ ਦਿੱਤੀ? ਕਿਉਂਕਿ ਉਹਨੇ ਪਹਿਲਾਂ ਹੀ ਪ੍ਰੋਮਿਸ ਲੈ ਲਿਆ ਸੀਗਾ ਉਹ ਤੋਂ ਕਿ ਕਾਟਨ ਸਾਰੀ ਦੀ ਸਾਰੀ ਉਹਨੂੰ ਵੇਚੀ ਜਾਊਗੀ, ਠੀਕ ਹੈ। ਇਸ ਪ੍ਰੋਮਿਸ ਕਰਕੇ ਉਹ ਆਪਣੀ ਮਰਜ਼ੀ ਨਾਲ ਰੇਟ ਲਗਾ ਰਿਹਾ। ਵੇਅਰ ਡੂ ਯੂ ਥਿੰਕ ਲਾਰਜ ਫਾਰਮਰਸ ਵੁੱਡ ਸੈਲ ਦੇਅਰ ਕਾਟਨ? ਤੁਹਾਨੂੰ ਕੀ ਲੱਗਦਾ ਕਿ ਜਿਹੜੇ ਵੱਡੇ ਕਿਸਾਨ ਆ, ਜਿਹੜੇ ਕਿਸੇ ਤੋਂ ਉਧਾਰ ਲੈ ਕੇ ਖੇਤੀ ਨਹੀਂ ਕਰਦੇ, ਆਪਣੀਆਂ ਸੇਵਿੰਗਸ ਦੇ ਨਾਲ ਖੇਤੀ ਕਰਦੇ ਆ, ਉਹ ਆਪਣੀ ਕਾਟਨ ਨੂੰ ਕਿੱਥੇ ਵੇਚਦੇ ਆ, ਕਿੱਦਾਂ ਪ੍ਰੋਫਿਟ ਕਮਾਉਂਦੇ ਆ? ਹਾਊ ਇਜ਼ ਦੇਅਰ ਸਿਚੁਏਸ਼ਨ ਡਿਫਰੈਂਟ ਫਰੋਮ ਸਬਪਨਾ? ਸਬਪਨਾ ਵਰਗੇ ਫਾਰਮਰਸ ਤੋਂ ਉਹਨਾਂ ਦੀ ਸਿਚੁਏਸ਼ਨ ਕਿੱਦਾਂ ਡਿਫਰੈਂਟ ਹੈ? ਕਿਉਂਕਿ ਉਹਨਾਂ ਨੇ ਪੈਸਾ ਕਿਸੇ ਤੋਂ ਉਧਾਰ ਲਿਆ ਨਹੀਂ ਹੁੰਦਾ, ਸੋ ਉਹਨਾਂ ਨੂੰ ਕਿਸੇ ਵੀ ਟਰੇਡਰ ਕੋਲ ਜਾ ਕੇ ਘੱਟ ਰੇਟ ਦੇ ਉੱਪਰ ਆਪਣੀ ਕਾਟਨ ਵੇਚਣ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ। ਓਪਨ ਮਾਰਕੀਟ ਦੇ ਵਿੱਚ ਵੇਚਦੇ ਆ, ਤਾਂ ਕੀ ਹੁੰਦਾ ਵਾ ਕਿ ਉਹਨਾਂ ਨੂੰ ਵਧੀਆ ਪ੍ਰਾਈਸ ਮਿਲਦਾ ਵਾ। ਹੁਣ ਆਪਣੇ ਕੋਲ ਇਹ ਸਾਹਮਣੇ ਇੱਕ ਆਪਣੇ ਪਿਕਚਰ ਬਣੀ ਹੋਈ ਆ ਕਾਟਨ ਪਲਾਂਟ ਦੀ ਨਾ, ਇਹਦੇ ਵਿੱਚ ਆਪਾਂ ਨੂੰ ਅਲੱਗ-ਅਲੱਗ ਸਟੇਜਸ ਦਿੱਤੀਆਂ ਹੋਈਆਂ ਕਾਟਨ ਦੀ ਪ੍ਰੋਡਕਸ਼ਨ ਦੀਆਂ। ਟਰੇਡਰ ਸੈਲਸ ਦਾ ਕਾਟਨ ਐਟ ਦਾ ਕਰਨੂਲ ਕਾਟਨ ਮਾਰਕੀਟ। ਹੁਣ ਜਿਹੜੀ ਸਬਪਨਾ ਤੋਂ ਕਾਟਨ ਖਰੀਦੀ ਸੀਗੀ ਵਪਾਰੀ ਨੇ, ਉਹਨੇ ਕਿੱਥੇ ਵੇਚਤੀ? ਕਰਨੂਲ ਦੀ ਕਾਟਨ ਮਾਰਕੀਟ ਦੇ ਵਿੱਚ ਵੇਚਤੀ। ਸੈਕਿੰਡ, ਗਿਨਿੰਗ ਮਿਲਸ ਬਾਏ ਦਾ ਕਾਟਨ, ਉੱਥੋਂ ਜਿਹੜੀਆਂ ਗਿਨਿੰਗ ਮਿਲਸ ਆ ਉਹਨਾਂ ਨੇ ਕਾਟਨ ਖਰੀਦ ਲਈ। ਜਿਹੜੀਆਂ ਗਿਨਿੰਗ ਮਿਲਸ ਆ ਉਹਨਾਂ ਨੇ ਕੀ ਕਰਨਾ ਹੁੰਦਾ, ਇਸ ਕਾਟਨ ਦੇ ਵਿੱਚੋਂ ਜਿਹੜੇ ਆਪਾਂ ਬੜੇਵੇਂ ਕਹਿੰਦੇ ਹਾਂ ਜਿਹਨਾਂ ਨੂੰ ਕਾਟਨ ਸੀਡਸ, ਠੀਕ ਆ, ਕਾਟਨ ਸੀਡਸ ਨੂੰ ਅਲੱਗ ਕਰ ਦੇਣਾ ਬੇਲ ਕੇ, ਉਹਦੇ ਵਿੱਚ ਮਤਲਬ ਸੌਫਟ ਕਾਟਨ ਅਲੱਗ ਹੋ ਜਾਣੀਆਂ ਅਤੇ ਜਿਹੜੀ ਕਾਟਨ ਸੀਡਸ ਆ ਉਹ ਅਲੱਗ ਹੋ ਜਾਣੇ। ਸਪਿਨਿੰਗ ਮਿਲਸ ਬਾਏ ਦਾ ਦੀਜ਼ ਬੇਲਸ, ਇਹਨਾਂ ਬੇਲਸ ਨੂੰ ਮਤਲਬ ਕਾਟਨ ਜਿਹੜੀ ਸਾਫ਼ ਕੀਤੀ ਹੋਈ ਆ, ਬੇਲ ਕੀਤੀ ਹੋਈ ਆ, ਉਹਨੂੰ ਕੌਣ ਖਰੀਦ ਲੈਂਦਾ? ਸਪਿਨਿੰਗ ਮਿਲਸ ਖਰੀਦ ਲੈਂਦੀਆਂ। ਸਪਿਨਿੰਗ ਮਿਲਸ ਸਪਿਨ ਦਾ ਕਾਟਨ ਇਨਟੂ ਯਾਰਨ। ਸਪਿਨਿੰਗ ਮਿਲਸ ਕੀ ਕਰਦੀਆਂ, ਇਸ ਕਾਟਨ ਦਾ ਧਾਗਾ ਬਣਾ ਦਿੰਦੀਆਂ, ਸਪਿਨ ਕਰ ਦਿੰਦੀਆਂ, ਉਹਨੂੰ ਯਾਰਨ ਬਣਾ ਦਿੰਦੀਆਂ, ਅਤੇ ਸਪਿਨਿੰਗ ਮਿਲਸ ਸੈੱਲ ਦਾ ਯਾਰਨ ਟੂ ਦਾ ਯਾਰਨ ਡੀਲਰਸ। ਫਿਰ ਇਹ ਕਾਟਨ ਆ ਜਿਹੜੀ ਕਿਹਨੂੰ ਵੇਚੀ ਜਾਂਦੀ ਆ? ਜਿਹੜੇ ਧਾਗਾ ਵਪਾਰੀ ਹੁੰਦੇ ਆ ਉਹਨਾਂ ਨੂੰ ਵੇਚੀ ਜਾਂਦੀ ਹੈ। ਧਾਗਾ ਵਪਾਰੀਆਂ ਤੋਂ ਇਹ ਕਾਟਨ ਆ ਜਿਹੜੀ ਇਹ ਕਲੋਥ ਮੈਨੂਫੈਕਚਰਿੰਗ ਜਿਹੜੀ ਟੈਕਸਟਾਈਲ ਇੰਡਸਟਰੀਜ਼ ਆ ਉਹ ਖਰੀਦ ਲੈਂਦੀਆਂ। ਨੈਕਸਟ, ਟਰੇਡਰ ਅੰਮਾ ਆਈ ਐਮ ਗਿਵਿੰਗ ਯੂ ਅ ਗੁੱਡ ਪ੍ਰਾਈਸ। ਉਹ ਸਬਪਨਾ ਨੂੰ ਕਹਿ ਰਿਹਾ ਟਰੇਡਰ, ਕਹਿੰਦਾ ਮੈਂ ਤੁਹਾਨੂੰ ਵਧੀਆ ਪ੍ਰਾਈਸ ਦੇ ਰਿਹਾ, ਅਦਰ ਟਰੇਡਰਸ ਆਰ ਨੋਟ ਈਵਨ ਪੇਇੰਗ ਦਿਸ ਮੱਚ, ਕਹਿੰਦੇ ਬਾਕੀ ਵਪਾਰੀ ਤਾਂ ਇੰਨਾ ਵੀ ਨਹੀਂ ਦੇ ਰਹੇ। ਯੂ ਕੈਨ ਚੈੱਕ ਐਟ ਦਾ ਕਰਨੂਲ ਮਾਰਕੀਟ, ਤੁਸੀਂ ਕਰਨੂਲ ਮਾਰਕੀਟ ਜਾ ਕੇ ਚੈੱਕ ਕਰ ਸਕਦੇ ਹੋ। ਇਫ ਯੂ ਡੂ ਨਾਟ ਬਿਲੀਵ ਮੀ, ਜੇ ਤੁਹਾਨੂੰ ਮੇਰੇ 'ਤੇ ਵਿਸ਼ਵਾਸ ਨਹੀਂ ਹੈਗਾ। ਸਬਪਨਾ ਡੋਂਟ ਬੀ ਐਂਗਰੀ, ਹਾਊ ਕੈਨ ਆਈ ਡਾਊਟ ਯੂ, ਕਹਿੰਦੀ ਗੁੱਸੇ ਨਾ ਹੋ, ਮੈਂ ਤੈਨੂੰ ਕਿੱਦਾਂ ਮਤਲਬ ਤੇਰੇ 'ਤੇ ਆ ਵਿਸ਼ਵਾਸ ਕਰ ਸਕਦੀ ਹਾਂ। ਆਈ ਹੈਡ ਓਨਲੀ ਹੋਪ ਦੈਟ ਵੀ ਵੁੱਡ ਅਰਨ ਇਨਫ ਫਰੋਮ ਦਾ ਕਾਟਨ ਕਰੋਪ ਟੂ ਲਾਸਟ ਅਸ ਆ ਫਿਊ ਮੰਥਸ, ਕਹਿੰਦੀ ਕੁਛ ਮਹੀਨੇ ਪਹਿਲਾਂ ਮੈਂ ਸੁਣਿਆ ਸੀਗਾ ਕਿ ਕਾਟਨ ਦੀ ਜਿਹੜੀ ਕਰੋਪ ਆ ਇਹ ਕਾਫੀ ਮਹਿੰਗੇ ਰੇਟ ਦੇ ਉੱਪਰ ਵਿਕ ਰਹੀ ਆ।
Though Swapna knows that cotton will sell for at least rupees 1800 per ਕੁਆਂਟਲ, ਹਾਲਾਂਕਿ ਸਪਨਾ ਨੂੰ ਪਤਾ ਵਾ ਕਿ 1800 ਰੁਪਏ ਪਰ ਕੁਆਂਟਲ ਦੇ ਹਿਸਾਬ ਨਾਲ ਕਾਟਨ ਵਿਕ ਰਹੀ ਆ। ਹਾਲਾਂਕਿ ਸਵਪਨਾ ਨੂੰ ਪਤਾ ਸੀਗਾ ਕਿ ਕਾਟਨ ਮਾਰਕੀਟ ਦੇ ਵਿੱਚ ਜਿਹੜੀ ਕਾਟਨ ਆ ਉਹ 1800 ਰੁਪਏ ਪਰ ਕੁਆਂਟਲ ਦੇ ਹਿਸਾਬ ਨਾਲ ਵਿਕ ਰਹੀ ਆ। ਸ਼ੀ ਡਜ਼ਨਟ ਆਰਗੂ ਫਰਦਰ, ਪਰ ਉਹਨੇ ਅੱਗੇ ਬਹਿਸ ਨਹੀਂ ਕੀਤੀ ਟਰੇਡਰ ਦੇ ਨਾਲ। ਦ ਟਰੇਡਰ ਇਜ਼ ਅ ਪਾਵਰਫੁਲ ਮੈਨ ਇਨ ਦ ਵਿਲੇਜ ਐਂਡ ਦ ਫਾਰਮਰਸ ਹੈਵ ਟੂ ਡਿਪੈਂਡ ਔਨ ਹਿਮ ਫਾਰ ਲੋਨਸ, ਨਾਟ ਓਨਲੀ ਫਾਰ ਕਲਟੀਵੇਸ਼ਨ ਬਟ ਆਲਸੋ ਟੂ ਮੀਟ ਦੇਅਰ ਅਦਰ expenses such as illness, children's school fees. Also there are times in the year when there is no work and no income for the farmer, so borrowing money is the only means of survival. ਉਹਨਾਂ ਨੇ ਬਹਿਸ ਕਿਉਂ ਨਹੀਂ ਕੀਤੀ? ਕਿਉਂਕਿ ਸਵਪਨਾ ਵਰਗੇ ਪਿੰਡ ਦੇ ਬਹੁਤ ਸਾਰੇ ਲੋਕ ਆ ਜਿਹੜੇ ਇਹਨਾਂ ਤਾਕਤਵਰ ਵਪਾਰੀਆਂ ਦੇ ਉੱਪਰ ਡਿਪੈਂਡ ਹੁੰਦੇ ਆ, ਸਿਰਫ ਖੇਤੀ ਕਰਨ ਦੇ ਲਈ, ਲੋਨ ਲੈਣ ਦੇ ਲਈ ਨਹੀਂ, ਬਲਕਿ ਆਪਣੀਆਂ ਹੋਰ ਜ਼ਰੂਰਤਾਂ ਜਿਵੇਂ ਕਿਸੇ ਬਿਮਾਰੀ ਦੇ ਵਿੱਚ ਬੱਚਿਆਂ ਦੀ ਸਕੂਲ ਫੀਸ ਭਰਨ ਦੇ ਲਈ, ਜਾਂ ਫਿਰ ਜਦੋਂ ਖੇਤਾਂ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ ਅਤੇ ਉਹਨਾਂ ਕੋਲ ਇਨਕਮ ਦਾ ਕੋਈ ਸੋਰਸ ਨਹੀਂ ਹੁੰਦਾ, ਤਾਂ ਉਹਨਾਂ ਕੋਲ ਇਹੀ ਇੱਕ ਸਾਧਨ ਹੁੰਦਾ ਵਾ ਜਿੱਥੇ ਉਹ ਆਪਣੇ ਜਿਹੜੇ ਵਪਾਰੀ ਆ ਉਹਨਾਂ ਤੋਂ ਪੈਸਾ ਉਧਾਰ ਲੈ ਕੇ ਆਪਣਾ ਕੰਮ ਚਲਾਉਂਦੇ ਆ। ਸਵਪਨਾ's earnings from the cotton cultivation is barely more than what she might have earned as a wage laborer. ਸਵਪਨਾ ਨੇ ਆਪਣੀ ਖੇਤੀ ਤੋਂ ਕੀ ਕਮਾਇਆ ਵਾ, ਉਹ ਬਸ ਥੋੜ੍ਹਾ ਜਿਹਾ ਹੀ ਵੱਧਦਾ ਕਿ ਆਪਾਂ ਕੋਈ ਦਿਹਾੜੀਦਾਰ ਮਜ਼ਦੂਰ ਆ ਜਿਹੜਾ ਦਿਹਾੜੀਆਂ ਕਰਕੇ ਪੈਸਾ ਕਮਾਉਂਦਾ ਉਹਦੇ ਨਾਲੋਂ। ਕਲੋਥ ਮਾਰਕੀਟ ਆਫ ਐਰੋਡ, ਐਰੋਡ ਦੀ ਕਲੋਥ ਮਾਰਕੀਟ ਤਾਮਿਲਨਾਡੂ ਦੇ ਵਿੱਚ ਐਰੋਡ ਨਾਂ ਦੀ ਜਗ੍ਹਾ ਵਾ ਜਿੱਥੇ ਬਾਈ ਵੀਕਲੀ ਕਲੋਥ ਮਾਰਕੀਟ ਆ ਜਿਹੜੀ ਉਹ ਲੱਗਦੀ ਆ। ਇਹ ਮਾਰਕੀਟ ਆ ਜਿਹੜੀ ਵਨ ਆਫ ਦਾ ਲਾਰਜੈਸਟ ਕਲੋਥ ਮਾਰਕੀਟ ਇਨ ਦਾ ਵਰਲਡ ਆ, ਦੁਨੀਆ ਦੀਆਂ ਸਭ ਤੋਂ ਵੱਡੀਆਂ ਕਲੋਥ ਮਾਰਕੀਟਸ ਦੇ ਵਿੱਚੋਂ ਇੱਕ ਆ। ਅ ਲਾਰਜ ਨੰਬਰ ਆਫ ਵਰਾਇਟੀ ਆਫ ਕਲੋਥ ਇਜ਼ ਸੋਲਡ ਇਨ ਦਿਸ ਮਾਰਕੀਟ, ਇਸ ਮਾਰਕੀਟ ਦੇ ਵਿੱਚ ਬਹੁਤ ਵਰਾਇਟੀ ਦਾ ਕੱਪੜਾ ਵੇਚਿਆ ਜਾਂਦਾ ਵਾ। ਕਲੋਥ ਦੈਟ ਇਜ਼ ਮੇਡ ਬਾਏ ਦ ਵੀਵਰਸ ਇਨ ਦ ਵਿਲੇਜਸ ਅਰਾਊਂਡ ਇਜ਼ ਆਲਸੋ ਬਰੋਟ ਹੇਅਰ ਫਾਰ ਸੇਲ, ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਵੀਵਰਸ ਆ, ਜੁਲਾਹੀ ਜਿਹੜੇ ਕੱਪੜਾ ਬੁਣਦੇ ਆ ਘਰਾਂ ਦੇ ਵਿੱਚ, ਉਹਨਾਂ ਦਾ ਕੱਪੜਾ ਵੀ ਇਸ ਮਾਰਕੀਟ ਦੇ ਵਿੱਚ ਆਉਂਦਾ ਵਾ ਵਿਕਣ ਦੇ ਲਈ। ਅਰਾਊਂਡ ਦਾ ਮਾਰਕੀਟ ਆਰ ਆਫਿਸਿਸ ਆਫ ਕਲੋਥ ਮਰਚੈਂਟਸ ਹੂ ਬਾਏ ਦਿਸ ਕਲੋਥ, ਇਹਨਾਂ ਵੀਵਰਸ ਤੋਂ ਜਿਹੜੇ ਕੱਪੜਾ ਵਪਾਰੀ ਕੱਪੜਾ ਖਰੀਦਦੇ ਆ, ਆਲੇ ਦੁਆਲੇ ਇਸ ਮਾਰਕੀਟ ਦੇ ਐਰੋਡ ਮਾਰਕੀਟ ਦੇ ਉਹਨਾਂ ਵਪਾਰੀਆਂ ਦੀਆਂ ਦੁਕਾਨਾਂ ਵਾ। ਅਦਰ ਟਰੇਡਰਸ ਫਰੋਮ ਮੈਨੀ ਸਾਊਥ ਇੰਡੀਅਨ ਟਾਊਨਸ ਆਲਸੋ ਕਮ ਐਂਡ ਪਰਚੇਜ਼ ਕਲੋਥ ਇਨ ਦਿਸ ਮਾਰਕੀਟ, ਆਲੇ ਦੁਆਲੇ ਦੇ ਜਿਹੜੇ ਸਾਊਥ ਇੰਡੀਅਨ ਮਾਰਕੀਟਸ ਦੇ ਵਪਾਰੀ ਆ ਉਹ ਵੀ ਨੇੜੇ ਦੇ ਸ਼ਹਿਰਾਂ ਦੇ ਵਪਾਰੀ ਆ ਜਿਹੜੇ ਉਹ ਵੀ ਇਸ ਮਾਰਕੀਟ ਦੇ ਵਿੱਚ ਆਉਂਦੇ ਆ ਕੱਪੜਾ ਖਰੀਦਣ ਦੇ ਲਈ। ਔਨ ਮਾਰਕੀਟ ਡੇਜ਼, ਜਦੋਂ ਮਾਰਕੀਟ ਦੇ ਦਿਨ ਚੱਲ ਰਹੇ ਹੁੰਦੇ, ਮਤਲਬ ਕੱਪੜਾ ਵਿਕ ਰਿਹਾ ਹੁੰਦਾ ਵਾ, ਯੂ ਵੁੱਡ ਆਲਸੋ ਫਾਈਂਡ ਵੀਵਰਸ ਬ੍ਰਿੰਗਿੰਗ ਕਲੋਥ ਦੈਟ ਹੈਜ਼ ਬਿਨ ਮੇਡ ਔਨ ਆਰਡਰ ਫਰੋਮ ਦਾ ਮਰਚੈਂਟ, ਵਪਾਰੀ ਮਰਚੈਂਟਸ ਤੋਂ ਵੀਵਰਸ ਤੋਂ ਆਰਡਰ ਦੇ ਕੇ ਕੱਪੜਾ ਬਣਵਾਉਂਦੇ ਆ। ਦੀਜ਼ ਮਰਚੈਂਟਸ ਸਪਲਾਈ ਕਲੋਥ ਔਨ ਆਰਡਰ ਟੂ ਗਾਰਮੈਂਟ ਮੈਨੂਫੈਕਚਰਰ ਐਂਡ ਐਕਸਪੋਰਟਰ ਅਰਾਊਂਡ ਦਾ ਕੰਟਰੀ, ਇਹ ਜਿਹੜਾ ਕੱਪੜਾ ਜਿਹੜਾ ਉਹਨਾਂ ਨੇ ਟਰੇਡਰਸ ਨੇ ਜਾਂ ਮਰਚੈਂਟਸ ਨੇ ਵੀਵਰਸ ਤੋਂ ਬਣਵਾਇਆ ਹੁੰਦਾ ਵਾ, ਉਹ ਕਿਹਨਾਂ ਨੂੰ ਵੇਚਦੇ ਆ? ਗਾਰਮੈਂਟ ਮੈਨੂਫੈਕਚਰਰਸ ਨੂੰ, ਜਿਹੜੇ ਕੱਪੜਾ ਬਣਾਉਂਦੇ, ਮਤਲਬ ਬਣਾਇਆ ਕੱਪੜਾ ਜਿਹੜਾ ਆਪਾਂ ਕਹਿੰਦੇ ਸਿਲੇ ਹੋਏ ਕੱਪੜੇ ਜਿਹੜੇ, ਉਹ ਮੈਨੂਫੈਕਚਰਰ ਜਿਹੜੇ ਹੁੰਦੇ ਆ ਉਹ ਇਹਨਾਂ ਵਪਾਰੀਆਂ ਤੋਂ, ਇਹਨਾਂ ਮਰਚੈਂਟਸ ਤੋਂ ਕੱਪੜਾ ਖਰੀਦਦੇ ਆ, ਜਾਂ ਫਿਰ ਜਿਹੜੇ ਐਕਸਪੋਰਟਰ ਹੁੰਦੇ ਆ ਬਾਹਰ ਨੂੰ ਕੱਪੜਾ ਭੇਜਦੇ ਆ ਬਾਹਰਲੀਆਂ ਕੰਟਰੀਜ਼ ਨੂੰ, ਉਹ ਵਪਾਰੀ ਜਿਹੜੇ ਇਹਨਾਂ ਤੋਂ ਕੱਪੜਾ ਖਰੀਦ ਕੇ ਵੇਚਦੇ ਆ। ਦੇ ਪਰਚੇਜ਼ ਦਾ ਯਾਰਨ ਐਂਡ ਗਿਵ ਇੰਸਟਰਕਸ਼ਨਸ ਟੂ ਦ ਵੀਵਰਸ ਅਬਾਊਟ ਦ ਕਾਈਂਡ ਆਫ ਕਲੋਥ ਦੈਟ ਇਜ਼ ਟੂ ਬੀ ਮੇਡ, ਇਹ ਜਿਹੜੇ ਵਪਾਰੀ ਆ ਇਹ ਧਾਗਾ ਖਰੀਦਦੇ ਆ, ਧਾਗਾ ਖਰੀਦ ਕੇ ਵੀਵਰਸ ਨੂੰ ਦਿੰਦੇ ਆ ਅਤੇ ਨਾਲ ਦੀ ਨਾਲ ਵੀਵਰਸ ਨੂੰ ਇੰਸਟਰਕਸ਼ਨਸ ਦਿੰਦੇ ਆ ਕਿ ਤੁਸੀਂ ਕਿੱਦਾਂ ਦਾ ਕੱਪੜਾ ਬਣਾਉਣਾ, ਕਿਹੜੀ ਕੁਆਲਿਟੀ ਹੋਣੀ ਚਾਹੀਦੀ ਆ। ਇਨ ਦਾ ਫੋਲੋਇੰਗ ਐਗਜ਼ਾਮਪਲ ਵੀ ਕੈਨ ਸੀ ਹਾਊ ਦਿਸ ਇਜ਼ ਡਨ, ਕਿੱਦਾਂ ਇਹ ਹੁੰਦਾ ਵਾ, ਇਹ ਆਪਾਂ ਅਗਲੀ ਐਗਜ਼ਾਮਪਲ ਤੋਂ ਦੇਖਾਂਗੇ। ਸਾਹਮਣੇ ਆਪਣਾ ਇੱਕ ਪਿਕਚਰ ਆ, ਪੁਟਿੰਗ ਆਊਟ ਸਿਸਟਮ ਵੀਵਰਸ ਪ੍ਰੋਡਿਊਸਿੰਗ ਕਲੋਥ ਐਟ ਹੋਮ, ਕੱਪੜਾ ਕਿੱਦਾਂ ਜਿਹੜੇ ਵੀਵਰਸ ਆ ਜੁਲਾਹੇ ਉਹ ਆਪਣੇ ਘਰਾਂ ਦੇ ਵਿੱਚ ਬਣਾਉਂਦੇ ਆ। ਦ ਮਰਚੈਂਟ ਡਿਸਟਰੀਬਿਊਟ ਵਰਕ ਐਮੰਗ ਦ ਵੀਵਰਸ ਬੇਸਡ ਔਨ ਦ ਆਰਡਰਸ ਹੀ ਹੈਜ਼ ਰਿਸੀਵਡ ਫਾਰ ਕਲੋਥ, ਕਿੰਨਾ ਉਹਦੇ ਕੋਲ ਆਰਡਰ ਆਇਆ ਵਾ, ਉਸ ਆਰਡਰ ਦੇ ਹਿਸਾਬ ਨਾਲ ਉਹ ਕੱਪੜਾ ਵਪਾਰੀ ਆ ਜਿਹੜਾ ਉਹ ਜੁਲਾਹਿਆਂ ਨੂੰ ਕੱਪੜਾ ਬਣਾਉਣ ਦੇ ਲਈ ਆਰਡਰ ਦਿੰਦਾ ਵਾ। ਦ ਵੀਵਰਸ ਗੈਟ ਦਾ ਯਾਰਨ ਫਰੋਮ ਦਾ ਮਰਚੈਂਟ, ਧਾਗਾ ਵੀ ਮਰਚੈਂਟ ਦਿੰਦਾ ਵਾ, ਵਪਾਰੀ ਦਿੰਦਾ ਵਾ, ਐਂਡ ਸਪਲਾਈ ਹਿਮ ਦਾ ਕਲੋਥ, ਉਹ ਉਹਨਾਂ ਤੋਂ ਹੀ ਕੱਪੜਾ ਧਾਗਾ ਖਰੀਦ ਕੇ, ਮਰਚੈਂਟ ਤੋਂ ਧਾਗਾ ਖਰੀਦ ਕੇ ਉਹਨੂੰ ਹੀ ਕੱਪੜਾ ਬਣਾ ਕੇ ਜੁਲਾਹੇ ਜਿਹੜੇ ਉਸੇ ਮਰਚੈਂਟ ਨੂੰ ਵੇਚ ਦਿੰਦੇ ਆ। ਫਾਰ ਦਾ ਵੀਵਰਸ ਦਿਸ ਅਰੇਂਜਮੈਂਟ ਸੀਮਿੰਗਲੀ ਹੈਜ਼ ਟੂ ਐਡਵਾਂਟੇਜ,
ਜਿਹੜੇ ਜੁਲਾਹੇ ਆ ਉਹਨਾਂ ਦੇ ਲਈ ਇਸ ਚੀਜ਼ ਦੇ ਦੋ ਫਾਇਦੇ ਆ। ਵੀਵਰਸ ਡੂ ਨਾਟ ਹੈਵ ਟੂ ਸਪੈਂਡ ਦੇਅਰ ਮਨੀ ਔਨ ਪਰਚੇਜ਼ ਆਫ ਯਾਰਨ। ਪਹਿਲੀ ਗੱਲ, ਜਦੋਂ ਉਹਨਾਂ ਨੇ ਕੰਮ ਸ਼ੁਰੂ ਕਰਨਾ ਹੁੰਦਾ, ਉਹਨੂੰ ਧਾਗਾ ਖਰੀਦਣ ਦੇ ਲਈ ਖਰਚ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਪੈਸਾ ਨਹੀਂ ਚਾਹੀਦਾ ਹੁੰਦਾ। ਆਲਸੋ ਦਾ ਪ੍ਰੋਬਲਮ ਸੈਲਿੰਗ ਦਾ ਫਿਨਿਸ਼ਡ ਕਲੋਥ ਇਜ਼ ਟੇਕਨ ਕੇਅਰ ਆਫ। ਅਤੇ ਦੂਜੇ ਪਾਸੇ ਜਦੋਂ ਕੱਪੜਾ ਬਣਾ ਲਿਆ ਤਾਂ ਉਹਨਾਂ ਨੂੰ ਵੇਚਣ ਦੀ ਚਿੰਤਾ ਨਹੀਂ ਰਹਿੰਦੀ ਹੈਗੀ, ਕਿਹਨੂੰ ਵੇਚਣਾ ਵਾ, ਕਿੱਥੇ ਜਾ ਕੇ ਅਸੀਂ ਵੇਚਾਂਗੇ, ਉਹ ਵੀ ਵਪਾਰੀ ਨੇ ਲੈ ਜਾਣਾ। ਵੀਵਰਸ ਨੋ ਫਰੋਮ ਦਾ ਆਊਟਸੈਟ ਵਟ ਕਲੋਥ ਦੇ ਸ਼ੁੱਡ ਮੇਕ ਐਂਡ ਹਾਊ ਮੱਚ ਆਫ ਇਟ ਇਜ਼ ਟੂ ਬੀ ਵੂਵਨ। ਕਿੰਨਾ ਕੱਪੜਾ ਬਣਾਉਣਾ ਵਾ ਅਤੇ ਕਿੱਦਾਂ ਬਣਾਉਣਾ ਵਾ, ਕਿਹੜੀ ਕੁਆਲਿਟੀ ਦਾ ਬਣਾਉਣਾ ਵਾ, ਇਹ ਵੀ ਵੀਵਰਸ ਨੂੰ ਮਰਚੈਂਟ ਦੱਸਦੇ ਆ। ਹਾਊਐਵਰ ਦਿਸ ਡਿਪੈਂਡੈਂਸ ਔਨ ਦਾ ਮਰਚੈਂਟ ਬੋਥ ਫਾਰ ਰਾ ਮਟੀਰੀਅਲਸ ਐਂਡ ਦਾ ਮਾਰਕੀਟ ਮੀਨਸ ਦੈਟ ਦਾ ਮਰਚੈਂਟ ਹੈਵ ਅ ਲੋਟ ਆਫ ਪਾਵਰ। ਹੁਣ ਕਿਉਂਕਿ ਵੀਵਰਸ ਆ ਜਿਹੜੇ ਉਹ ਟੋਟਲੀ ਮਰਚੈਂਟ ਦੇ ਉੱਪਰ ਡਿਪੈਂਡੈਂਟ ਆ, ਉਹਨਾਂ ਨੇ ਰਾ ਮਟੀਰੀਅਲ ਉਹ ਤੋਂ ਲੈਣਾ ਵਾ, ਧਾਗਾ ਉਹ ਤੋਂ ਲੈਣਾ ਵਾ, ਠੀਕ ਆ, ਅਤੇ ਨਾਲ ਦੀ ਨਾਲ ਆਪਣਾ ਬਣਿਆ ਹੋਇਆ ਕੱਪੜਾ ਵੀ ਉਹਨੂੰ ਹੀ ਵੇਚਣਾ। ਇਹਦਾ ਮਤਲਬ ਕਿ ਮਰਚੈਂਟ ਆ ਜਿਹੜਾ ਉਹ ਸ਼ਕਤੀਸ਼ਾਲੀ ਆ, ਉਹ ਪਾਵਰ ਦੇ ਵਿੱਚ ਆ, ਉਹ ਆਪਣੀ ਮਰਜ਼ੀ ਨਾਲ ਧਾਗੇ ਦਾ ਰੇਟ ਲਗਾਊਗਾ, ਆਪਣੀ ਮਰਜ਼ੀ ਨਾਲ ਕੱਪੜੇ ਦਾ ਰੇਟ ਲਗਾਊਗਾ ਜਿਹੜਾ ਉਹਨੇ ਦੇਣਾ ਵਾ ਵੀਵਰਸ ਨੂੰ। ਦੇ ਗਿਵ ਆਰਡਰਸ ਫਾਰ ਵਟ ਇਜ਼ ਟੂ ਬੀ ਮੇਡ। ਉਹ ਆਪਣੇ ਆਰਡਰ ਦਿੰਦਾ ਵਾ ਕਿ ਕੀ ਬਣਾਉਣਾ ਵਾ, ਐਂਡ ਦੇ ਪੇ ਆ ਵੈਰੀ ਲੋ ਪ੍ਰਾਈਸ ਫਾਰ ਮੇਕਿੰਗ ਦਾ ਕਲੋਥ। ਅਤੇ ਬਹੁਤ ਘੱਟ ਕੀਮਤ ਦੇ ਉੱਪਰ ਉਹ ਕੱਪੜਾ ਜਿਹੜਾ ਖਰੀਦਿਆ ਜਾਂਦਾ ਵਾ। ਦਾ ਵੀਵਰਸ ਹੈਵ ਨੋ ਵੇ ਆਫ ਨੋਇੰਗ ਹੂ ਦੇ ਆਰ ਮੇਕਿੰਗ ਦਾ ਕਲੋਥ ਫਾਰ ਔਰ ਐਟ ਵਟ ਪ੍ਰਾਈਸ ਇਟ ਵਿਲ ਬੀ ਸੋਲਡ। ਹੁਣ ਵੀਵਰ ਨੂੰ ਕੁਛ ਨਹੀਂ ਪਤਾ ਹੁੰਦਾ, ਜੁਲਾਹੇ ਕੱਪੜਾ ਬੁਣਨ ਵਾਲੇ ਨੂੰ ਕੁਛ ਨਹੀਂ ਪਤਾ ਹੁੰਦਾ ਕਿ ਕੱਪੜਾ ਬੁਣ ਕੇ ਕਿਹਦੇ ਕੋਲੇ ਜਾਣਾ ਵਾ, ਮਰਚੈਂਟ ਨੇ ਅੱਗੇ ਕਿਹਨੂੰ ਵੇਚਣਾ ਵਾ, ਅਤੇ ਕਿੰਨੀ ਪ੍ਰਾਈਸ ਦੇ ਉੱਪਰ ਵੇਚਣਾ ਵਾ। ਐਟ ਦਾ ਕਲੋਥ ਮਾਰਕੀਟ ਦਾ ਮਰਚੈਂਟ ਸੈਲ ਦਾ ਕਲੋਥ ਟੂ ਦਾ ਗਾਰਮੈਂਟ ਫੈਕਟਰੀਜ਼। ਮਾਰਕੀਟ ਦੇ ਵਿੱਚ ਇਹ ਕੱਪੜਾ ਜਿਹੜਾ ਗਾਰਮੈਂਟ ਫੈਕਟਰੀਜ਼ ਨੂੰ ਵੇਚਿਆ ਜਾਂਦਾ ਵਾ। ਇਨ ਦਿਸ ਵੇ ਦਾ ਮਾਰਕੀਟ ਵਰਕਸ ਮੋਰ ਇਨ ਫੇਵਰ ਆਫ ਦਾ ਮਰਚੈਂਟ। ਇਹਦਾ ਮਤਲਬ ਜਿਹੜਾ ਮਰਚੈਂਟ ਆ, ਵਪਾਰੀ ਆ, ਉਹਦੇ ਹੱਕ ਦੇ ਵਿੱਚ, ਉਹਦੇ ਪੱਖ ਦੇ ਵਿੱਚ ਮਾਰਕੀਟ ਖੜੀ ਆ ਸਾਰੀ। ਮਤਲਬ ਉਹ ਆਪਣੀ ਮਰਜ਼ੀ ਨਾਲ ਯਾਰਨ ਦਾ ਰੇਟ, ਧਾਗੇ ਦਾ ਰੇਟ ਲਗਾ ਰਿਹਾ, ਉਹ ਆਪਣੀ ਮਰਜ਼ੀ ਨਾਲ ਵੀਵਰਸ ਨੂੰ ਪੈਸੇ ਪੇ ਕਰ ਰਿਹਾ ਵਾ, ਅਤੇ ਗਾਹਾਂ ਉਹ ਗਾਰਮੈਂਟ ਮੈਨੂਫੈਕਚਰਰ ਨੂੰ ਆਪਣਾ ਕੱਪੜਾ ਜਿਹੜਾ ਉਹ ਵੇਚ ਰਿਹਾ ਵਾ। ਵੀਵਰਸ ਇਨਵੈਸਟ all their savings or borrow money at high interest rate to buy looms। ਵੀਵਰਸ ਆ ਜਿਹੜੇ ਕੱਪੜਾ ਬੁਣਨ ਵਾਲੇ, ਉਹ ਆਪਣੀਆਂ ਸੇਵਿੰਗਸ ਨਾਲ ਜਾਂ ਫਿਰ ਉਧਾਰ ਪੈਸਾ ਲੈ ਕੇ ਹਾਈ ਇੰਟਰਸਟ ਰੇਟ ਦੇ ਉੱਪਰ ਕੀ ਕਰਦੇ ਆ, ਜਿਨ੍ਹਾਂ ਦੇ ਉੱਪਰ ਮਸ਼ੀਨਾਂ ਦੇ ਉੱਪਰ ਕੱਪੜਾ ਬੁਣਿਆ ਜਾਂਦਾ, ਲੂਮਸ ਜਿਨ੍ਹਾਂ ਨੂੰ ਕਹਿੰਦੇ ਆ, ਠੀਕ ਆ, ਉਹ ਖਰੀਦਦੇ ਆ। ਈਚ ਲੂਮ ਕੋਸਟ ₹20,000 ਹੈ। ਇੱਕ ਲੂਮ ਆ ਜਿਹੜਾ ਉਹਦੀ ਕੀਮਤ ਲਗਭਗ 20,000 ਰੁਪਇਆ। ਸੋ ਆ ਸਮਾਲ ਵੀਵਰ ਵਿਦ 2 ਲੂਮਸ ਹੈਜ਼ ਟੂ ਇਨਵੈਸਟ 40,000। ਇਹਦਾ ਮਤਲਬ ਕਿ ਇੱਕ ਛੋਟਾ ਜਿਹੜਾ ਜੁਲਾਹਾ ਆਪਾਂ ਕਹਿ ਸਕਦੇ ਹਾਂ, ਉਹਦੇ ਕੋਲੇ ਘੱਟੋ ਘੱਟ 2 ਲੂਮ ਹੁੰਦੇ ਆ ਜਿਹੜੇ ਕਿ 40,000 ਦੀ ਕੀਮਤ ਆ ਜਿਨ੍ਹਾਂ ਦੀ। ਦਾ ਵਰਕ ਔਨ ਦੀਜ਼ ਲੂਮਸ ਕੈਨੋਟ ਬੀ ਡਨ ਅਲੋਨ। ਕੱਪੜਾ ਇਕੱਲਾ ਬੰਦਾ, ਇਹਨਾਂ ਲੂਮਸ ਦੇ ਉੱਪਰ ਇਕੱਲਾ ਬੰਦਾ ਕੱਪੜਾ ਨਹੀਂ ਬੁਣ ਸਕਦਾ। ਦਾ ਵੀਵਰ ਐਂਡ ਦਾ ਅਨਦਰ ਐਡਲਟ ਮੈਂਬਰ ਆਫ ਹਿਜ਼ ਫੈਮਿਲੀ ਵਰਕ ਅਪ ਟੂ 12 hours ਆ ਡੇ ਟੂ ਪ੍ਰੋਡਿਊਸ ਕਲੋਥ। 12 ਘੰਟੇ ਵੀਵਰ ਅਤੇ ਉਹਦੀ ਫੈਮਿਲੀ ਦੇ ਅਡਲਟ ਮੈਂਬਰ ਆ ਜਿਹੜੇ ਉਹ ਇਹਨਾਂ ਲੂਮਸ ਦੇ ਉੱਪਰ ਕੰਮ ਕਰਦੇ ਆ। ਫਾਰ ਆਲ ਦਿਸ ਵਰਕ, ਇਹ ਸਾਰੇ ਕੰਮ ਦੇ ਲਈ ਦੇ ਅਰਨ ਅਬਾਊਟ ₹3,500 ਪਰ ਮੰਥ। ਅਤੇ ਸਾਰੇ ਕੰਮ ਦੇ ਲਈ ਉਹਨਾਂ ਦੀ ਆਮਦਨ ਜਿਹੜੀ ਕਿੰਨੀ ਆ, ₹3,500 ਪਰ ਮੰਥ। ਇੱਕ ਮਹੀਨੇ ਦਾ ₹3,500 ਕਮਾਉਂਦੇ ਆ। ਦੇਖੋ ਕਿੰਨੀਆਂ ਮਹਿੰਗੀਆਂ ਜਿਹੜੀਆਂ ਮਸ਼ੀਨਾਂ ਜਿਨ੍ਹਾਂ ਦੇ ਉੱਪਰ ਆਪਾਂ ਕੱਪੜਾ ਬੁਣਨਾ ਵਾ, ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਹੱਥ ਕਰਗੇ ਜਾਂ ਕੁਛ ਵੀ ਆਪਾਂ ਕਹਿ ਸਕਦੇ ਹਾਂ, ਜਿਨ੍ਹਾਂ ਦੇ ਉੱਪਰ ਕੱਪੜਾ ਬੁਣਿਆ ਜਾਂਦਾ ਵਾ, ਮਹਿੰਗੀਆਂ ਮਸ਼ੀਨਾਂ, ਬਟ ਅਰਨਿੰਗ ਜਿਹੜੀ ਉਹਨਾਂ ਦੀ ਸਿਰਫ ₹3,500। ਦਾ ਅਰੇਂਜਮੈਂਟ ਬਿਟਵੀਨ ਦਾ ਮਰਚੈਂਟ ਦਾ ਵੀਵਰ ਇਜ਼ ਐਨ ਐਗਜ਼ਾਮਪਲ ਆਫ ਪੁਟਿੰਗ ਆਊਟ ਸਿਸਟਮ। ਇਹ ਜਿਹੜੀ ਅਰੇਂਜਮੈਂਟ ਆ ਮਰਚੈਂਟ ਅਤੇ ਵੀਵਰ ਦੇ ਵਿਚਾਲੇ, ਮਤਲਬ ਜੋ ਵੀ ਸੌਦਾ ਹੁੰਦਾ ਵਾ, ਜੋ ਵੀ ਡੀਲਿੰਗ ਹੁੰਦੀ ਆ, ਇਹਨੂੰ ਆਪਾਂ ਕਹਿੰਦੇ ਆ ਪੁਟਿੰਗ ਆਊਟ ਸਿਸਟਮ। ਵੇਅਰ ਬਾਏ ਦਾ ਮਰਚੈਂਟ ਸਪਲਾਈ ਦਾ ਰਾ ਮਟੀਰੀਅਲ। ਜਿੱਥੇ ਮਰਚੈਂਟ ਹੀ ਰਾ ਮਟੀਰੀਅਲ ਸਪਲਾਈ ਕਰਦਾ ਵਾ, ਉਹੀ ਫਿਨਿਸ਼ਡ ਪ੍ਰੋਡਕਟ ਖਰੀਦਦਾ ਵਾ, ਇਹਨੂੰ ਕਹਿੰਦੇ ਆ ਪੁਟਿੰਗ ਆਊਟ ਸਿਸਟਮ। ਮਤਲਬ ਕੁਛ ਦੇ ਕੇ ਲੈਣਾ। ਇਟ ਇਜ਼ ਪ੍ਰੀਵਲੈਂਟ ਇਨ ਦਾ ਵੀਵਿੰਗ ਇੰਡਸਟਰੀ ਇਨ ਮੋਸਟ ਰੀਜਨਸ ਆਫ ਦਾ ਇੰਡੀਆ। ਇੰਡੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ, ਬਹੁਤ ਸਾਰੇ ਏਰੀਆਜ਼ ਦੇ ਵਿੱਚ ਇੱਦਾਂ ਜਿਹੜਾ ਸਿਸਟਮ ਆ, ਖਾਸ ਕਰਕੇ ਵੀਵਿੰਗ ਇੰਡਸਟਰੀ ਦੇ ਵਿੱਚ, ਕੱਪੜਾ ਬੁਣਨ ਵਾਲੀ ਇੰਡਸਟਰੀ ਦੇ ਵਿੱਚ ਚੱਲਦਾ। ਵੀਵਰਸ ਕੋਆਪਰੇਟਿਵਸ, ਕੁਛ ਸਹਿਕਾਰੀ ਸੰਸਥਾਵਾਂ ਬਣਾਈਆਂ ਹੋਈਆਂ ਵੀਵਰਸ ਨੇ ਆਪਣੀਆਂ। ਵੀ ਹੈਵ ਸੀਨ ਦੈਟ ਦਾ ਵੀਵਰਸ ਆਰ ਪੇਡ ਵੈਰੀ ਲਿਟਲ ਬਾਏ ਦਾ ਮਰਚੈਂਟ ਅੰਡਰ ਪੁਟਿੰਗ ਆਊਟ ਸਿਸਟਮ। ਹੁਣ ਆਪਾਂ ਦੇਖ ਲਿਆ ਐਗਜ਼ਾਮਪਲ ਦੇ ਥਰੂ ਕਿ ਵੀਵਰਸ ਨੂੰ ਬਹੁਤ ਘੱਟ ਪੇਮੈਂਟ ਮਿਲਦੀ ਹੈ, ਬਹੁਤ ਘੱਟ ਅਰਨਿੰਗ ਆ ਉਹਦੀ ਇਸ ਪੁਟਿੰਗ ਆਊਟ ਸਿਸਟਮ ਦੇ ਵਿੱਚ ਨਾ। ਵੀਵਰਸ ਕੋਆਪਰੇਟਿਵਸ ਆਰ ਵਨ ਵੇ ਟੂ ਰਿਡਿਊਸ ਦਾ ਡਿਪੈਂਡੈਂਸ ਔਨ ਦਾ ਮਰਚੈਂਟ ਐਂਡ ਟੂ ਅਰਨ ਹਾਇਰ ਇਨਕਮ ਫਾਰ ਦਾ ਵੀਵਰਸ। ਵੀਵਰਸ ਦੀ ਇਨਕਮ ਵਧਾਉਣ ਦੇ ਲਈ ਅਤੇ ਉਹਨਾਂ ਦੀ ਡਿਪੈਂਡੈਂਸ ਆ ਜਿਹੜੀ ਮਰਚੈਂਟ ਦੇ ਉੱਪਰ, ਵਪਾਰੀ ਦੇ ਉੱਪਰ ਘੱਟ ਕਰਨ ਦੇ ਲਈ ਇਹ ਕੋਆਪਰੇਟਿਵਸ ਆ ਜਿਹੜੀਆਂ ਬਣਾਈਆਂ ਗਈਆਂ। ਇਹਨਾਂ ਕੋਆਪਰੇਟਿਵ ਪੀਪਲ ਵਿਦ ਕਾਮਨ ਇੰਟਰਸਟ ਕਮ ਟੂਗੈਦਰ।
ਇਕੱਠੇ ਮਤਲਬ ਇੱਕ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਆ ਜਿਹੜੇ ਇਕੱਠੇ ਹੁੰਦੇ ਆ। ਜਿਵੇਂ ਆਪਾਂ ਵੀਵਰਸ ਦੀ ਕੋਆਪਰੇਟਿਵ ਦੀ ਗੱਲ ਕਰਦੇ ਹਾਂ ਤਾਂ ਵੀਵਰਸ ਕਾਫੀ ਜਣੇ ਇਕੱਠੇ ਹੋ ਜਾਂਦੇ ਆ ਐਂਡ ਵਰਕ ਫਾਰ ਦੇਅਰ ਮਿਊਚੁਅਲ ਬੈਨੀਫਿਟ, ਅਤੇ ਇੱਕ ਦੂਜੇ ਦੀ ਸਹਾਇਤਾ ਦੇ ਨਾਲ ਉਹ ਕੰਮ ਕਰਦੇ ਆ, ਇੱਕ ਦੂਜੇ ਦਾ ਫਾਇਦਾ ਕਰਦੇ ਆ। ਇਹਨਾਂ ਵੀਵਰਸ ਕੋਆਪਰੇਟਿਵ the weaver from a group and take up certain activities collectively, ਇਕੱਠੇ ਹੋ ਕੇ ਕੰਮ ਕਰਦੇ ਆ ਉਹ ਵੀਵਿੰਗ ਦੀਆਂ। ਵੀਵਿੰਗ ਦਾ ਕੰਮ ਆ ਜਿਹੜਾ ਇਕੱਠੇ ਹੋ ਕੇ ਕਰਦੇ ਆ। ਦੇ ਪ੍ਰਕਿਓਰ ਯਾਰਨ ਫਰੋਮ ਦਾ ਯਾਰਨ ਡੀਲਰ, ਉਹ ਧਾਗਾ ਵਪਾਰੀ ਤੋਂ ਧਾਗਾ ਲੈਂਦੇ ਆ ਐਂਡ ਡਿਸਟਰੀਬਿਊਟ ਇਟ ਐਮੰਗ ਦਾ ਵੀਵਰਸ, ਅਤੇ ਉਸ ਧਾਗੇ ਨੂੰ ਉਹ ਵੀਵਰਸ ਦੇ ਵਿੱਚ ਵੰਡ ਦਿੰਦੇ ਆ। ਦ ਕੋਆਪਰੇਟਿਵ ਆਲਸੋ ਡਜ਼ ਦਾ ਮਾਰਕੀਟਿੰਗ, ਕੋਆਪਰੇਟਿਵ ਆ ਜਿਹੜੀ ਇਹ ਮਾਰਕੀਟਿੰਗ ਵੀ ਕਰਦੀ ਆ। ਸੋ ਦਾ ਰੋਲ ਆਫ ਦਾ ਮਰਚੈਂਟ ਇਜ਼ ਰਿਡਿਊਸਡ, ਮਰਚੈਂਟ ਦਾ ਜਿਹੜਾ ਰੋਲ ਆ ਵੀਵਿੰਗ ਪ੍ਰੋਸੈਸ ਦੇ ਵਿੱਚ, ਪੁਟਿੰਗ ਆਊਟ ਸਿਸਟਮ ਦੇ ਵਿੱਚ, ਇਹ ਘਟ ਗਿਆ। ਐਂਡ ਵੀਵਰਸ ਗੈਟ ਅ ਫੇਅਰ ਪ੍ਰਾਈਸ ਔਨ ਦਾ ਕਲੋਥ, ਅਤੇ ਉਹਨਾਂ ਨੂੰ ਕੱਪੜੇ ਦੇ ਉੱਪਰ ਵਧੀਆ ਕੀਮਤ ਮਿਲ ਰਹੀ ਆ। ਐਟ ਟਾਈਮਸ ਦ ਗਵਰਨਮੈਂਟ ਹੈਲਪਸ ਦਾ ਕੋਆਪਰੇਟਿਵਸ ਬਾਏ ਬਾਇੰਗ ਕਲੋਥ ਫਰੋਮ ਦੈਮ ਐਟ ਅ ਰੀਜ਼ਨੇਬਲ ਪ੍ਰਾਈਸ, ਵਧੀਆ ਰੇਟ ਦੇ ਉੱਪਰ ਸਰਕਾਰ ਆ ਜਿਹੜੀ ਇਹਨਾਂ ਕੋਆਪਰੇਟਿਵ ਨੂੰ ਤੋਂ ਜਿਹੜਾ ਕੱਪੜਾ ਖਰੀਦ ਕੇ ਉਹਨਾਂ ਦੀ ਹੈਲਪ ਕਰਦੀ ਆ। ਫਾਰ ਇੰਸਟੈਂਸ ਦ ਤਾਮਿਲਨਾਡੂ ਗਵਰਨਮੈਂਟ ਰਨਸ ਆ ਫ੍ਰੀ ਸਕੂਲ ਯੂਨੀਫਾਰਮ ਪ੍ਰੋਗਰਾਮ ਇਨ ਦਾ ਸਟੇਟ, ਤਾਮਿਲਨਾਡੂ ਸਰਕਾਰ ਆ ਜਿਹੜੀ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਫ੍ਰੀ ਯੂਨੀਫਾਰਮ ਪ੍ਰੋਗਰਾਮ ਚਲਾ ਰਹੀ ਹੈ। ਮਤਲਬ ਯੂਨੀਫਾਰਮਸ ਆ ਜਿਹੜੀਆਂ ਫ੍ਰੀ ਆਫ ਕਾਸਟ ਆ ਜਿਹੜੀਆਂ ਬੱਚਿਆਂ ਨੂੰ ਡਿਸਟਰੀਬਿਊਟ ਕੀਤੀਆਂ ਜਾਂਦੀਆਂ। ਦ ਗਵਰਨਮੈਂਟ ਪ੍ਰਕਿਓਰ ਦਾ ਕਲੋਥ ਫਾਰ ਦਿਸ ਪ੍ਰੋਗਰਾਮ ਫਰੋਮ ਦਾ ਪਾਵਰਲੂਮ ਵੀਵਰਸ ਕੋਆਪਰੇਟਿਵਸ, ਜਿਹੜੀ ਸਰਕਾਰ ਆ ਤਾਮਿਲਨਾਡੂ ਦੀ ਸਰਕਾਰ ਆ ਉਹ ਇਹ ਕੱਪੜਾ ਜਿਹੜਾ ਯੂਨੀਫਾਰਮ ਦੇ ਰੂਪ ਦੇ ਵਿੱਚ ਬੱਚਿਆਂ ਦੇ ਵਿੱਚ ਡਿਸਟਰੀਬਿਊਟ ਹੋਣਾ ਵਾ, ਉਹ ਕਿੱਥੋਂ ਖਰੀਦੀ ਆ? ਪਾਵਰਲੂਮ ਵੀਵਰਸ ਕੋਆਪਰੇਟਿਵ, ਇਸ ਕੋਆਪਰੇਟਿਵ ਆਰਗੇਨਾਈਜੇਸ਼ਨ ਤੋਂ ਕੱਪੜਾ ਖਰੀਦਿਆ ਜਾਂਦਾ। ਸਿਮਿਲਰਲੀ ਦ ਗਵਰਨਮੈਂਟ ਬਾਈਜ਼ ਕਲੋਥ ਫਰੋਮ ਦਾ ਹੈਂਡਲੂਮ ਵੀਵਰਸ ਕੋਆਪਰੇਟਿਵ ਐਂਡ ਸੈਲਸ ਇਟ ਥਰੂ ਸਟੋਰਸ ਨੋਨ ਐਜ਼ ਕੋਆਪਟੈਕਸ। ਯੂ ਮਾਈਟ ਹੈਵ ਕਮ ਅਕ੍ਰੋਸ ਵਨ ਆਫ ਦੀਜ਼ ਇਨਟੂ ਯੂਅਰ ਟਾਊਨ। ਆਪਾਂ ਆਪਣੇ ਆਲੇ ਦੁਆਲੇ ਵੀ ਇੱਦਾਂ ਦੀਆਂ ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਆ ਉਹਨਾਂ ਦੀ ਗੱਲ ਕਰ ਸਕਦੇ ਹਾਂ। ਕੋਆਪਟੈਕਸ ਦੇ ਥਰੂ ਜਿਹੜੇ ਹੱਥਾਂ ਨਾਲ ਕੱਪੜਾ ਬੁਣਿਆ ਜਾਂਦਾ, ਹੈਂਡਲੂਮ ਵੀਵਰਸ ਆ ਜਿਹੜੇ ਹੱਥਾਂ ਨਾਲ ਕੱਪੜਾ ਬੁਣਦੇ ਆ, ਉਹਨਾਂ ਤੋਂ ਕੱਪੜਾ ਖਰੀਦ ਕੇ ਅੱਗੇ ਵੇਚਿਆ ਜਾਂਦਾ। ਇਹ ਵੀ ਤਾਮਿਲਨਾਡੂ ਦੀ ਸਰਕਾਰ ਕਰ ਰਹੀ ਹੈ। ਦੈਟਸ ਆਲ ਫॉर ਦ ਡੇ। ਥੈਂਕ ਯੂ।